पता है की है जी, बस स्टैंड कला ਆਪਾਂ ਜੇ ਦੇਖੀਏ ਪਿੰਡ ਦੇ ਲੋਕਾਂ ਖਾਤਰ ਪੈਸੇਂਜਰਾਂ ਖਾਤਰ ਨਹੀਂ ਹੁੰਦਾ। ਇੱਕ ਬੱਸ ਸਟੈਂਡ ਇੱਕ ਪਿੰਡ ਦਾ ਮੇਨ ਚੀਜ਼ ਹੁੰਦੀ ਹੈ ਵੀ ਆਉਂਦੇ ਜਾਂਦੇ ਰਾਹੀਗਰ ਕਦੇ ਕਦੇ ਬਾਰਿਸ਼ ਹੋ ਗਈ ਜਾਂ ਕਦੇ ਕੋਈ ਗਰਮੀ ਆ ਗਈ ਤਾਂ ਉੱਥੇ ਆਰਾਮ ਕਰਨ, ਬਾਰਿਸ਼ ਦੇ ਟਾਈਮ ਰੁਕਣ। ਤਾਂ ਅਸੀਂ ਇਹ ਆਲੇ ਦੁਆਲੇ ਦੇ ਪੈਸੇਂਜਰਾਂ ਨੂੰ ਦੇਖ ਕੇ ਵੀ ਬਣਾਇਆ ਵੀ ਜੋ ਵੀ ਆ ਕੇ ਇੱਥੇ ਰੁਕੇ ਉਹ ਇੱਕ ਵਾਰ ਦੇਖ ਕੇ ਕਹੇ ਹਾਂ ਯਾਰ ਕੋਈ ਚੀਜ਼ ਬਣੀ ਹੋਈ ਹੈ। ਤਾਂ ਇਹ ਸਾਰੀ ਸੋਚ ਨਾਲ ਅਸੀਂ ਇਹ ਬਣਾਇਆ ਕਿਉਂਕਿ ਸਾਡਾ ਪਿੰਡ ਵੀ ਇੱਕ ਮੇਨ ਰੋਡ ਦੇ ਉੱਪਰ ਹੈ। ਇਹਦੇ ਨਾਲ ਪਾਰਕ ਦਾ ਨਿਰਮਾਣ ਵੀ ਕੀਤਾ ਗਿਆ। ਹਾਂਜੀ, ਇਹਦੇ ਨਾਲ ਪਾਰਕ ਦਾ ਨਿਰਮਾਣ ਵੀ ਕੀਤਾ ਗਿਆ ਵੀ ਸਾਈਡ ਤੇ ਬੱਚੇ ਖੇਲਣ ਵੀ, ਉਹਨਾਂ ਦੇ ਅੰਦਰ ਅੱਗੇ ਵੀ ਹਲੇ ਹੋਰ ਕੰਮ ਕਰਨਾ ਹੈ, ਝੂਲੇ ਵਗੈਰਾ ਲਾਵਾਂਗੇ ਵੀ ਬੱਚੇ ਚਲੋ ਜਦੋਂ ਕਿਸੇ ਆਪਣਾ ਕੋਈ ਯਾਤਰੀ ਬੱਸ ਦਾ ਵੇਟ ਕਰਦੇ ਤਾਂ ਬੱਚੇ ਰੋਡ ਦੇ ਉੱਪਰ ਆਉਣ, ਉਸ ਪਾਰਕ ਦੇ ਅੰਦਰ ਰਹਿਣ। ਮੈਂ ਤਾਂ ਸਾਰੇ ਪਿੰਡਾਂ ਦੇ ਸਰਪੰਚਾਂ ਨੂੰ ਕਹਿਣਾ ਵੀ ਵਧੀਆ ਚੀਜ਼ਾਂ ਬਣਾਓ, ਵਧੀਆ ਕੰਮ ਕਰੋ ਆਪਣੇ ਪਿੰਡ ਦਾ, ਕਿਉਂਕਿ ਆਪਾਂ ਨੂੰ 5 ਸਾਲ ਮਿਲੇ ਨੇ ਲੋਕਾਂ ਦੀ ਸੇਵਾ ਲਾਈ ਹੈ ਤਾਂ ਇਹਨੂੰ ਪੂਰਾ ਮਤਲਬ ਇੱਕ ਘੰਟੇ ਨੂੰ ਐਂ ਸੋਚੋ ਵੀ ਕਰੋੜਾਂ ਰੁਪਏ ਦਾ ਇੱਕ ਮਿੰਟ ਉਸ ਹਿਸਾਬ ਨਾਲ ਕੰਮ ਕਰੋ, ਕਿਉਂਕਿ ਸਮਾਂ ਲੰਘਦਾ ਜਾ ਰਿਹਾ ਹੈ। ਅੱਜ ਆਪਣੇ ਹੱਥ ਕਲਮ ਦਿੱਤੀ ਹੈ ਤਾਂ ਕੱਲ੍ਹ ਨੂੰ ਇਹ ਨਾ ਹੋਵੇ ਯਾਰ ਮੈਂ ਆ ਨਹੀਂ ਕਰ ਸਕਿਆ, ਮੈਂ ਆ ਨਹੀਂ ਕਰ ਸਕਿਆ। ਅਸੀਂ ਇਹ ਸੋਚ ਕੇ ਕੰਮ ਕਰ ਰਹੇ ਹਾਂ ਕਿ ਸਾਨੂੰ ਜੋ ਲੋਕਾਂ ਨੇ ਸੇਵਾ ਲਾਈ ਹੈ ਅਸੀਂ ਉਹ ਟਾਈਮ ਵੇਸਟ ਨਾ ਕਰੀਏ। ਸਰਕਾਰ ਦਾ ਸਹਿਯੋਗ ਸਾਲ ਡੇਢ ਸਾਲ ਤਾਂ ਵਧੀਆ ਮਿਲਿਆ, ਵਧੀਆ ਆਈਆਂ ਨੇ SFC PRI ਅਤੇ ਕੁਛ ਟਾਈਮ ਸਾਡੀ SFC ਵੀ ਰੁਕੀ ਪਈ ਹੈ। ਬਾਕੀ ਜੋ ਇਹ ਬਣਾਇਆ ਮੈਂ ਪੰਚਾਇਤ ਫੰਡ 'ਚੋਂ ਬਣਾਇਆ ਕਿਉਂਕਿ ਸਾਡੇ ਪੰਚਾਇਤ ਫੰਡ ਦੀ ਜੋ ਜ਼ਮੀਨ ਦਾ ਠੇਕਾ ਹੈ ਉਹਨਾਂ ਦੀ ਉਸ ਤੋਂ ਇਹ ਸਾਰਾ ਬਣਾਇਆ। ਅੱਗੇ ਬਾਕੀ ਸਾਡੇ ਪਿੰਡ ਦਾ ਖੇਲ ਸਟੇਡੀਅਮ ਹੈ ਕਿਉਂਕਿ ਉਸ ਤੋਂ ਪਹਿਲਾਂ ਉਹਨਾਂ ਮਿੱਟੀ ਵੀ ਪਵਾਈ ਦੀ, ਲਾਈਟਾਂ ਵੀ ਲਵਾਤੀਆਂ ਅਤੇ ਵਧੀਆ ਬੱਚੇ ਵੀ ਆ ਰਹੇ ਨੇ ਖੇਲਣ। ਬਾਕੀ ਚਲੋ ਜਾਖਲ ਬਲਾਕ ਦੇ ਅੰਦਰ ਇੱਕ ਸਟੇਡੀਅਮ ਬਣਿਆ ਨੱਥੂਪੁਰਾ ਜੋ ਬਹੁਤ ਜ਼ਿਆਦਾ ਹਟ ਗਿਆ, ਦੂਰ ਹੈ, ਮਤਲਬ ਉੱਥੇ ਬੱਚੇ ਨਹੀਂ ਖੇਡ ਜਾਂਦੇ, ਉਹ ਸੇਫ ਏਰੀਆ ਨਹੀਂ ਹੈਗਾ। ਸਰਕਾਰ ਨੂੰ ਆਈ ਮੰਗੇ ਕਿ ਜਾਖਲ ਏਰੀਆ ਨੂੰ ਇੱਕ ਸੇਫ ਏਰੀਆ 'ਚ ਵਧੀਆ ਸਟੇਡੀਅਮ ਦਿੱਤਾ ਜਾਵੇ ਕਿਉਂਕਿ ਸਟੇਡੀਅਮ 'ਚੋਂ ਇਹ ਆਪਣੇ ਦੇਸ਼ ਦਾ, ਆਪਣੇ ਰਾਜ ਦਾ ਭਵਿੱਖ ਨਿਕਲਣਾ ਹੈ। ਅਤੇ ਮੈਂ ਤਾਂ ਸਰਕਾਰ ਨੂੰ ਮੰਗ ਕਰਦਾ ਵੀ ਕੋਈ ਜ਼ਮੀਨ ਲੋਟ ਕਰੀ ਜਾਵੇ 4-5 ਕਿੱਲੇ ਜਿੱਥੇ ਵਧੀਆ ਸਟੇਡੀਅਮ ਬਣੇ, ਸਾਰੇ ਮਤਲਬ ਜਾਖਲ ਬਲਾਕ ਦੇ ਬੱਚੇ ਆ ਕੇ ਖੇਡਣ। ਇੱਕ ਭਾਖੜਾ ਦੇ ਪਾਣੀ ਦੀ ਗੱਲ ਕਰੀਏ ਤਾਂ ਉਹਦੀ ਸਮੱਸਿਆ ਬਹੁਤ ਹੈ ਵੀ ਉਹ ਆਉਣ ਦੀ। ਹਾਂਜੀ, ਅਸੀਂ ਸਾਡੇ ਪਿੰਡ ਖਾਤਰ 4 ਕਿੱਲੇ ਸਰਕਾਰ ਨੂੰ ਦੇਤੇ ਨਹਿਰੀ ਵਾਟਰ ਵਰਕਸ ਵਾਸਤੇ, ਉਹਦਾ ਐਸਟੀਮੇਟ ਬਣ ਕੇ ਤਿਆਰ ਹੋ ਰਿਹਾ ਹੈ। ਉਹ ਬਸ ਆਉਣ ਵਾਲੇ ਉਸ ਟਾਈਮ 'ਚ ਜਦੋਂ ਕੰਮ ਪੂਰਾ ਹੋ ਗਿਆ ਐਸਟੀਮੇਟ ਦਾ ਤਾਂ ਉਹ ਕੰਮ ਚੱਲ ਪਊ। ਹਾਂਜੀ ਹਾਂਜੀ, ਬਹੁਤ ਜ਼ਿਆਦਾ ਵਧੀਆ, ਲੋਕਾਂ ਨੂੰ ਬਹੁਤ ਜ਼ਿਆਦਾ ਪਸੰਦ ਕਰ ਰਹੇ ਕਿਉਂਕਿ ਆਉਂਦੇ ਲੋਕ ਖਰੀਦਵਾਰ ਰੁਕ ਕੇ ਨੂੰ ਦੇਖਦੇ ਨੇ। ਮੈਂ ਤਾਂ ਇਹ ਕਹਿੰਦੀ ਹਾਂ ਜੀ ਆਪਣੇ ਪਿੰਡ ਨੂੰ ਵਧੀਆ ਬਣਾਉਣ ਵਾਸਤੇ ਬਹੁਤ ਵਧੀਆ ਕੰਮ ਕਰਨੇ ਚਾਹੀਦੇ ਕਿ ਪੰਜਾਬ ਸਾਈਡ ਪਾਰਕਾਂ ਸਾਈਡ ਪਿੰਡਾਂ ਵਿੱਚ ਨਹੀਂ ਹੁੰਦਾ ਉੱਥੇ ਦੇਖ ਕੇ ਆਏ ਉਹਨੂੰ ਦੇਖਣ ਤੋਂ ਬਾਅਦ ਸਾਡੇ ਮਨ ਵਿੱਚ ਇਤਨੀ ਇੱਛਾ ਹੋਈ ਹੈ ਅਸੀਂ ਵੀ ਆਪਣੇ ਪਿੰਡ ਵਿੱਚ ਬੱਸ ਸਟੈਂਡ ਬਣਾਈਏ। ਬੱਸ ਸਟੈਂਡ ਅਸੀਂ ਕਿਤੇ ਨਹੀਂ ਦੇਖਿਆ ਹੈਗਾ। ਜਦੋਂ ਦੇ ਅਮਨਦੀਪ ਸਰਪੰਚ ਬਣੇ ਨੇ ਪਿੰਡ ਵਿੱਚ ਬਹੁਤ ਵਧੀਆ ਸਹੂਲਤਾਂ ਆ ਰਹੀਆਂ ਨੇਗੀਆਂ। ਗਰਲਸ ਦੇ ਲਈ ਬਹੁਤ ਵਧੀਆ ਫੈਸਿਲਿਟੀ ਮਿਲ ਰਹੀ ਹੈ ਕਿ ਉਹਨਾਂ ਨੂੰ ਆਉਣ ਜਾਣ ਦੇ ਲਈ ਆਸਾਨੀ ਹੋ ਰਹੀ ਹੈਗੀ। ਪਹਿਲਾਂ ਇਸ ਪਿੰਡ ਵਿੱਚ ਇਹੋ ਜਿਹੀ ਕੋਈ ਸਹੂਲਤ ਨਹੀਂ ਹੋ ਰਹੀ ਸੀਗੀ। ਅਸੀਂ ਅਮਨਦੀਪ ਸਰਪੰਚ ਤੋਂ ਬਹੁਤ ਜ਼ਿਆਦਾ ਖੁਸ਼ ਹਾਂ ਜੀ। ਬਹੁਤ ਵਧੀਆ ਸਹੂਲਤਾਂ ਮਿਲ ਰਹੀਆਂ ਨੇ ਗਰਲਸ ਨੂੰ ਤਾਂ ਆਉਣ ਜਾਣ ਦੇ ਲਈ ਬਹੁਤ ਜ਼ਿਆਦਾ ਵਧੀਆ ਫਾਇਦਾ ਮਿਲ ਰਿਹਾ ਹੈਗਾ। ਗਰਲਸ ਦੇ ਲਈ, ਲੇਡੀਜ਼ ਦੇ ਲਈ, ਸਭ ਦੇ ਲਈ ਨਸ਼ਾ ਵੀ ਘੱਟ ਹੋ ਰਿਹਾ ਹੈ। ਵੈਸੇ ਉਹ ਸੁਣਦੇ ਅਸੀਂ ਟੂਰ ਬਣ ਜਾ ਰਹੇ ਤੇ ਵਧੀਆ ਬਣੇ ਅਸੀਂ ਨੇ ਨਹੀਂ ਦੇਖੇ ਪਰ ਅਸੀਂ ਨਹੀਂ ਜਾਈਏ ਕਿਵੇਂ ਦੀ ਇਹ ਵੀ ਜਿਹਨੇ ਜਾਣਾ ਹੈ ਆਪਦਾ ਵਧੀਆ ਬੈਠੋ। ਬਾਥਰੂਮ ਦਾ ਵੀ ਪ੍ਰਬੰਧ ਹੈ ਜੀ, ਵਧੀਆ ਪਾਰਕ ਵੀ ਬਣਾਇਆ। ਹਾਂਜੀ, ਪਾਰਕ ਵੀ ਬਣਾਇਆ ਵਧੀਆ, ਵਧੀਆ ਸੀਟਾਂ ਬਣੀਆਂ ਨੇ। ਹਾਂਜੀ ਤੇ ਨਹੀਂ ਜੀ ਸਾਡੇ ਜਾਖਲ ਤੋਂ ਬਣਾ ਕਿਤੇ ਨਹੀਂ ਬਣਾਇਆ ਜੀ, ਪਹਿਲਾ ਬੱਸ ਸਟੈਂਡ ਬਹੁਤ ਵਧੀਆ ਜਿੰਨਾ ਕਹਿ ਦੋ ਉਨਾ ਵਧੀਆ ਜੀ। ਅੱਜ ਪਿੰਡ ਦੇ ਬੱਸ ਸਟੈਂਡ ਦਾ ਉਦਘਾਟਨ ਹੋਇਆ ਹੈ, ਇਸ ਬਾਰੇ ਕੀ ਕਹੋਗੇ? ਬਹੁਤ ਵਧੀਆ ਗੱਲ ਹੈ ਜੀ, ਬਹੁਤ ਚੰਗਾ ਉਪਰਾਲੇ ਨਾਲ ਕਰਿਆ ਤੇ ਸਭ ਤੋਂ ਨਵਾਂ ਕੰਮ ਕਰਿਆ ਹੈ ਨਾ। ਚਲੋ ਸਕੂਲ ਵਾਲੀ ਬੱਸ ਲਾ ਲਓ, ਸਟੇਡੀਅਮ ਦਾ ਲਾ ਲਓ, ਜੋ ਵੀ ਆਪਣੀ ਨਜ਼ਰਾਂ ਦੇ ਮੁਤਾਬਕ ਹੈ ਤਾਂ ਚਲੋ ਸਾਰੇ ਕੰਮ ਤਾਂ ਨਹੀਂ ਪੂਰੇ ਹੁੰਦੇ। ਜੋ ਕੰਮ ਹੋ ਰਿਹਾ ਤਾਂ ਵਧੀਆ ਤਜਰਬੇ ਨਾਲ ਗੱਲ ਹੈ, ਇਮਾਨਦਾਰੀ ਨਾਲ ਹੋ ਰਹੇ ਨੇ ਸਾਰੇ। ਇਹ ਐਵੇਂ ਦੇ ਅਸੀਂ ਨੇ ਬਹੁਤ ਸਾਲ ਪਹਿਲਾਂ ਦੇਖਿਆ ਸੀ ਇਹ ਟੂਰ ਬਣ ਰਹੇ। ਅੱਛਾ ਜੀ। ਉਦੋਂ ਮੇਰੇ ਕਾਰਿਆਕਾਲ ਦੇ ਵਿੱਚ ਨਹੀਂ ਚਲੋ ਬਣਿਆ, ਸਾਡੇ ਤੋਂ ਕਮੀ ਰਹੀ ਇਹ ਤੇ ਸਾਡੇ ਦਿਮਾਗ 'ਚ ਇਹ ਗੱਲ ਆਉਂਦੀ ਸੀ ਜਦੋਂ ਲੱਗਦੀ ਉਹ ਆਪਣਾ ਪਾਤਲਾ ਤੋਂ ਮਿਲਦਾ ਰੋਡ। ਠੀਕ ਹੈ। ਤੇ ਉਦੋਂ ਦੇਖਦੇ ਵੀ ਉਹਦੇ ਪਰ ਕੰਮ ਬਣਾਵਾਂ ਤੇ ਫਿਰ ਉਹ ਚੱਲ ਗਿਆ ਪੂਰਾ ਕੰਮ, ਸੁਪਨਾ ਸੱਚ ਹੋ ਗਿਆ। ਸੱਚ ਹੋ ਗਿਆ। ਤੇ ਇੱਕ ਕੁੜੀਆਂ ਨੂੰ ਜੋ ਸਕੂਲ ਦੇ ਵਿੱਚ ਬੈਨ ਲਾਣੀ ਸੀ ਉਦੋਂ ਮੈਂ ਵੀ ਇਹ ਗੱਲ ਕਹੀ ਸੀ ਪਰ ਮੇਰੇ ਤੋਂ ਨਹੀਂ ਚਲੋ ਬਣੀ। ਉਸ ਟਾਈਮ ਦੇ ਵਿੱਚ ਸਾਡੇ ਤੋਂ ਕੋਈ ਕਮੀ ਰਹੀ ਸੀ, ਇਹ ਵੀ ਸਾਨੂੰ ਲੱਗਦਾ ਸੀ ਵੀ ਸਾਡੀ ਕਮੀ ਰਹਿੰਦੀ, ਅਸੀਂ ਪੂਰੀ ਕਰੀ, ਉਹ ਪੂਰੀ ਕਰਤੀ। ਤੇ ਤੀਜਾ ਕੰਮ ਸਟੇਡੀਅਮ ਦਾ ਸੀ। ਸਟੇਡੀਅਮ ਦੇ ਵਿੱਚ ਬਹੁਤ ਜ਼ਿਆਦਾ ਲਾ ਲਓ ਬੁਰਾ ਹਾਲ ਰਹਿੰਦਾ ਸੀ। ਜਦੋਂ ਤੱਕ ਸਰਪੰਚ ਸਾਹਿਬ ਨੇ ਵਧੀਆ ਆਪ ਜਾ ਕੇ ਝਾੜੂ ਵੀ ਆਪ ਮਾਰਦੇ ਨੇ ਸਰਪੰਚ ਸਾਹਿਬ, ਤੁਸੀਂ ਤਾਂ ਦੇਖੋ ਹੁਣ ਸਕੂਲ ਵੀ ਹੁੰਦਾ ਸਾਰਾ ਵਧੀਆ ਬਣਾ ਕੇ ਵਾਲੀਬਾਲ ਦੇ ਵਿੱਚ ਉੱਥੇ ਹੁਣ 10 ਵਜੇ ਤੱਕ ਮੁੰਡੇ ਰਹਿੰਦੇ ਨੇ, ਖੇਡਦੇ ਨੇ ਜੋ ਰਾਤ ਦੇ। मैं अमनदीप कौर प्रतिनिधि सरपंच मनदीप कौर उर्फ दीपी को
बधाई देना चाहूँगा। ये आज जो इन्होंने मिसाइल पैदा की है, पहले क्या होता था, गांव के लोग शहरों में जाते थे कुछ चीज देखने के लिए, आज उल्टा शहर के लोग गांव में आ रहे हैं, यानी कि गांव का विकास शहर की तरफ जा रहा है। ये बहुत अच्छी पहल है। इन्होंने जो एक विकास मॉडल ये बस स्टैंड बनाया है, इनकी सोच बहुत अच्छी है। ये दोनों सरपंच और सरपंच प्रतिनिधि नहीं है, दोनों मियाँ बीबी की जोड़ी 24 घंटे तलवाड़ा के लोगों के लिए काम के लिए तत्पर आगे रहती है। पहले इन्होंने स्कूल की बस चलाई है लड़कियों के लिए, फिर उसके बाद अब आज लाइब्रेरी की मांग रख रहे हैं। उससे अब बीच में इन्होंने पानी का जो तालाब बनाया, पानी की निकासी के लिए एसटीपी प्लांट की मांग रखी है। तो इनकी सोच पर निर्भर करता है। ये सोच इनकी बहुत अच्छी है, गांव के विकास को आगे ले जाने की, गांव को शहर के तर्ज पर शहर बनाने की ये जो पहल की है। मैं दीप्ति सरपंच को, रमनदीप कौर सरपंच को बहुत बहुत बधाई देता हूँ। कैसे सरकार प्रोत्साहित करती है हरियाणा की बीजेपी सरकार के बारे में आप क्या कहेंगे? हरियाणा की जो सरकार भाजपा सरकार है, ये अब जो छोटे लोग हैं ना, उनको ऊपर उठाने का, उनके तक जो सरकार की सुविधाएं आती हैं, स्कीम आती हैं, हर घर तक पहुंचाने की जो ये भाजपा की सोच है, इसकी बहुत अच्छी सोच है। और गांवों को शहर की तर्ज पर शहर बनाया जाए गांवों को, इसके भी हम भाजपा सरकार की नीति पर बहुत काबिल तारीफ करते हैं। सर्वप्रथम गांव की हमारी बहुत ही काबिल और होनहार सरपंच बहन अमनदीप कौर जी और सरपंच प्रतिनिधि मनदीप जी को बहुत बहुत मैं बधाई देता हूं, जिन्होंने इतना सुंदर बस स्टैंड जो यहाँ तलवाड़ा गांव का है वो बनवाने का काम किया है। और तलवाड़ा गांव बड़ा जागरूक गांव है। तलवाड़ा गांव में जो जागरूकता का प्रमाण मिलता है वो पिछले कई सालों से मैं लगातार देख रहा हूँ। खास करके 14 से जब से भारतीय जनता पार्टी की सरकार हरियाणा प्रदेश में उस समय के मुख्यमंत्री मनोहर लाल जी के नेतृत्व में बनी थी, उस समय से लेकर के अब तक, चाहे वो तालाब के सौंदर्यीकरण की बात हो, चाहे ग्राम सचिवालय की बात हो, या गलियों के निर्माण की बात हो, गांव के अंदर कई शेड लगे इस दौर में, और अब ये बहुत सुंदर और हमारी पुरानी जो वास्तुकला है, पुरानी जो भवन निर्माण की कला है, उसके आधार पर इस तलवाड़ा गांव के बस स्टैंड का, बस स्टॉप का निर्माण किया है। ये इस गांव की काबिलियत को दर्शाता है। मैं सरपंच बहन अमनदीप कौर को, सरपंच प्रतिनिधि को और सब अधिकारियों को बहुत बधाई देता हूं। और आपके माध्यम से हमारे अन्य जो यहाँ पर सरपंच और सरपंच प्रतिनिधि आसपास के गांव के पहुँचे हैं, उनसे मैं प्रार्थना भी करना चाहूँगा, आग्रह भी करना चाहूँगा कि वो भी अपने गांव को सुंदर बनाने के लिए, अपने गांव के सौंदर्यीकरण के लिए, स्वच्छता के लिए और नशे के खिलाफ जागरूकता के लिए आगे बढ़ कर के काम करेंगे तो निश्चित रूप से हमारी हरियाणा सरकार नायब सिंह सैनी के नेतृत्व में लगातार हरियाणा प्रदेश के गांव का विकास किस प्रकार से हो, इस काम में लगी हुई है। और यहाँ मेरा प्रयास रहता है एक जनप्रतिनिधि के नाते कि जो भी समस्याएं या जो भी काम गांव देहात के, शहर के मेरे पास आए, मैं जो भी मेरे से प्रयास हो सकता है उन कामों को मैं करवाऊं। तो जब सब मिलकर के काम करते हैं, सरपंच प्रतिनिधि, ग्राम पंचायत और सरकार मिल करके, जनप्रतिनिधि मिल करके, तो निश्चित रूप में जैसे तलवाड़ा गांव में आज आपको ये गांव पूरी तरह से चमकता हुआ दिखाई दे रहा है। और खाली ये गांव नहीं है, इस गांव में तो मैं थोड़ा सा ये कह रहा हूँ, इन्होंने 2 कदम आगे बढ़ करके काम किया। बहुत सारे अन्य गांव भी ऐसे हैं जो नरेंद्र मोदी जी के नेतृत्व में जब से भारतीय जनता पार्टी की सरकार देश के अंदर आई है, जो ग्रामीण विकास के लिए सरकार ने पैसा दिया है, चाहे केंद्र सरकार की बात करें या हरियाणा सरकार की बात करें, उसका ही परिणाम है। और अब तो मैं एक बात और कहता हूँ, आज यहाँ बहुत सारे सरपंच मेरी बात को सुन रहे हैं और आपके माध्यम से
अन्य सरपंचों तक, जनप्रतिनिधियों तक की बात जाएगी। जो VBG रामजी योजना देश के प्रधानमंत्री लेकर के आए हैं, मैं कहता हूं गांव के विकास के लिए, गांव के सौंदर्यीकरण के लिए, गांव के गरीब आदमी के रोजगार के लिए, गांव में सेल्फ हेल्प ग्रुप की हमारे बहनों के रोजगार के लिए, उनकी आजीविका के लिए इतना सुंदर अवसर ने देश के प्रधानमंत्री जी नरेंद्र मोदी जी ने ये सृजित किया है। मैं कहता हूं सब जनप्रतिनिधि जो ग्रामीण क्षेत्र के अंदर के खास करके जो रहते हैं, वो जी राम जी योजना में जो भी काम पास करवाएंगे, चाहे वो डेवलपमेंट का है, चाहे वो सौंदर्यीकरण का है, चाहे वो तालाब की सौंदर्यीकरण का है, या फिर गांव के अंदर जिम है, गांव के अंदर लाइब्रेरी है, बच्चों को नशे से खास करके बचाने के लिए जिम और लाइब्रेरी एक बहुत बड़ा आज के दिन ऐसा साधन हो सकते हैं। तो और चाहे खेल का काम है इसमें, और हमारा ये क्षेत्र ऐसा है, हम घग्गर के किनारे यहाँ पर खड़े हैं, हमारे यहाँ पर पानी आता है, उस पानी से बचाव के लिए यानी कि आपदा प्रबंधन के लिए, जल संरक्षण के लिए इतनी योजनाएं जी राम जी योजना के तहत हम मंजूर करके करवा सकते हैं। केवल हमें इतना करना है, ग्राम पंचायत को इतना करना है। हमारी ये छोटी बहन यहाँ पर खड़ी है, सरपंच अमनदीप कौर, मैं इससे भी आग्रह करना चाहूँगा कि ग्राम सभा की बैठकें बुलाए, जो काम ये ग्राम सभा की बैठक में पास करेंगे वो सारे के सारे काम करवाना ये जनप्रतिनिधि के लिए मेरी भी जिम्मेवारी है, और यहाँ पर अधिकारी खड़े हैं इनकी भी जिम्मेवारी है। देश के प्रधानमंत्री नरेंद्र मोदी जी ने इसमें भारी भरकम बजट रखा है, हरियाणा सरकार ने भी अपना बजट, इस बजट के अंदर जी राम जी योजना के लिए नायब सिंह जी के नेतृत्व में अलग से बजट जो हरियाणा सरकार का जो 40% हिस्सा उसमें डालना है वो अलग से रख दिया है। इसलिए पैसे की ना केंद्र सरकार के पैसे की जरूरत है, जिस प्रकार का हल्ला विपक्षी दल मचा रहे थे, ना हरियाणा सरकार के पैसे की कोई दिक्कत है। सब मिल करके काम करेंगे। निश्चित रूप से हरियाणा प्रदेश का हर गांव तलवाड़ा जैसा उदाहरण प्रस्तुत कर सकता है।